हाँ जी प्यारे दोस्तों, प्यार भरी फतेह कबूल करो। सत श्री अकाल। वाहिगुरु जी का खालसा, श्री वाहिगुरु जी की फतेह। जय भीम, जय भारत। ਪਿਆਰੇ ਦੋਸਤੋ, ਅੱਜ ਅਸੀਂ ਭਾਰਤ ਦੇ ਸੰਵਿਧਾਨ ਦਾ ਅਗਲਾ ਭਾਗ ਲੈ ਕੇ ਤੁਹਾਡੀ ਸਭਾ ਦੇ ਵਿੱਚ ਹਾਜ਼ਰ ਹੋਏ ਹਾਂ। ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਹਰ ਵੀਡੀਓ ਰਾਹੀਂ ਤੁਹਾਨੂੰ ਇੱਕ ਸੰਤੁਸ਼ਟੀ ਦੇ ਸਕੀਏ, ਤਾਂ ਕਿ ਜੋ ਆਰਟੀਕਲ ਪੜ੍ਹ ਕੇ ਸੁਣਾਏ ਜਾਂਦੇ ਨੇ ਉਸ ਪ੍ਰਤੀ ਤੁਸੀਂ ਆਪਣੀ ਸਹਿਮਤੀ ਪ੍ਰਗਟ ਕਰ ਸਕੋ ਤੇ ਆਪਣੀ ਸੰਤੁਸ਼ਟੀ ਪ੍ਰਗਟ ਕਰੋ, ਤਾਂ ਕਿ ਤੁਹਾਨੂੰ ਵੀ ਭਾਰਤ ਦੇ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ। ਸੋ ਅੱਜ ਸਮਾਜ ਵਿੱਚ ਸਾਡੀ ਦਸ਼ਾ ਬੜੀ ਭਿਆਨਕ ਹੋ ਰਹੀ ਆ ਜੀ। ਸਾਨੂੰ ਆਪਣੇ ਬੱਚਿਆਂ ਦੇ ਪਿੱਛੇ ਖਿਆਲ ਰੱਖਣਾ ਪੈ ਰਿਹਾ ਕਿ ਸਾਡੇ ਬੱਚੇ ਕਿਸੇ ਗਲਤ ਅਨਸਰਾਂ ਕੋਲ ਜਾਂ ਗਲਤ ਸਮਾਜ ਵਿੱਚ ਤਾਂ ਨਹੀਂ ਪਲ ਰਹੇ। ਸਾਨੂੰ ਆਪਣੇ ਬੱਚਿਆਂ ਪ੍ਰਤੀ ਬਹੁਤ ਫਿਕਰਮੰਦ ਰਹਿਣਾ ਪੈ ਰਿਹਾ, ਕਿਉਂਕਿ ਸਮਾਜ ਵਿੱਚ ਜੋ ਚੱਲ ਰਿਹਾ, ਜੋ ਨਸ਼ਿਆਂ ਪ੍ਰਤੀ ਜਾਂ ਗਲਤ ਚੀਜ਼ਾਂ ਜਾਂ ਗਲਤ ਅਨਸਰਾਂ ਪ੍ਰਤੀ ਸਾਨੂੰ ਸੁਚੇਤ ਰਹਿਣਾ ਪੈਂਦਾ। ਸੋ ਇਹ ਚੀਜ਼ਾਂ ਉਦੋਂ ਹੀ ਹੋ ਰਹੀਆਂ ਨੇ ਜਦੋਂ ਚੰਦ ਲੋਕ ਸਾਡੇ ਸਮਾਜ ਨੂੰ, ਸਾਡੇ ਦੇਸ਼ ਨੂੰ ਜਾਂ ਸਾਡੀ ਅਰਥ ਵਿਵਸਥਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਤੁਹਾਨੂੰ ਜਾਗਣ ਦੀ ਲੋੜ ਹੈ, ਤੁਹਾਨੂੰ ਆਪਣੇ ਬੱਚਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ, ਤੁਹਾਨੂੰ ਭਾਰਤ ਦੇ ਸੰਵਿਧਾਨ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਮੈਂ ਬਾਰ-ਬਾਰ ਕਹਿਣਾ, ਇਹ ਭਾਰਤ ਦਾ ਸੰਵਿਧਾਨ ਕਿਸੇ ਜਾਤੀ ਜਾਂ ਕਿਸੇ ਧਰਮ ਜਾਂ ਕਿਸੇ ਵਰਗ ਦਾ ਨਹੀਂ। ਇਹ ਭਾਰਤ ਦਾ ਸੰਵਿਧਾਨ ਤੁਹਾਡੇ ਆਪਣੇ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਹੈ। ਸੋ ਕੋਸ਼ਿਸ਼ ਕਰੋ ਇਸ ਭਾਰਤ ਦੇ ਸੰਵਿਧਾਨ ਨੂੰ ਵੱਧ ਤੋਂ ਵੱਧ ਪੜ੍ਹੋ, ਆਪਣੇ ਪ੍ਰਤੀ, ਆਪਣੇ ਬੱਚਿਆਂ ਪ੍ਰਤੀ ਤੇ ਆਪਣੇ ਭਾਰਤ ਦੇ ਸੰਵਿਧਾਨ ਪ੍ਰਤੀ ਸੁਚੇਤ ਰਹੋ। ਅਗਰ ਤੁਸੀਂ ਭਾਰਤ ਦਾ ਸੰਵਿਧਾਨ ਪੜ੍ਹ ਲਿਆ, ਵਿਚਾਰਿਆ ਤੇ ਆਪਣੇ ਬੱਚਿਆਂ ਦੀ ਅਸਲ ਜ਼ਿੰਦਗੀ ਵਿੱਚ ਸ਼ਾਮਲ ਕੀਤਾ, ਤਾਂ ਦੇਖਿਓ ਤੁਹਾਡੇ ਜੋ ਸੁਪਨੇ, ਜੋ ਤੁਸੀਂ ਖੁਆਬ ਦੇਖੇ ਨੇ, ਉਹ ਜ਼ਰੂਰ ਪੂਰੇ ਹੋਣਗੇ ਤੇ ਤੁਸੀਂ ਆਪਣੇ ਬੱਚਿਆਂ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਝਲਕ ਜ਼ਰੂਰ ਵੇਖੋਗੇ। ਸੋ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਤੁਹਾਨੂੰ ਹਰ ਵੀਡੀਓ ਵਿੱਚ ਇੱਕ ਸੰਤੁਸ਼ਟੀ ਦੇਣ ਦੀ ਕੋਸ਼ਿਸ਼ ਕਰਦਾ ਰਹਿਣਾ, ਤਾਂ ਕਿ ਮੇਰੇ ਦੁਆਰਾ ਪੜ੍ਹੇ ਗਏ ਆਰਟੀਕਲਾਂ ਪ੍ਰਤੀ ਤੁਸੀਂ ਆਪਣੀ ਸੰਤੁਸ਼ਟੀ ਜ਼ਾਹਰ ਕਰਦੇ ਹੋਵੋਗੇ। ਸੋ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ, ਜਾਂ ਮੇਰੀ ਵੀਡੀਓ ਰਾਹੀਂ ਤੁਹਾਨੂੰ ਜਾਣਕਾਰੀ ਮਿਲਦੀ ਆ, ਜਾਂ ਮੇਰੀ ਵੀਡੀਓ ਰਾਹੀਂ ਤੁਸੀਂ ਸੰਤੁਸ਼ਟ ਹੁੰਦੇ ਹੋ, ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਲਾਈਕ ਸ਼ੇਅਰ ਕਰਿਆ ਕਰੋ, ਤਾਂ ਕਿ ਮੈਨੂੰ ਤੁਹਾਡਾ ਹੌਸਲਾ ਅਫਜ਼ਾਈ ਮਿਲਦਾ ਰਹੇ ਤੇ ਮੈਂ ਵੱਧ ਤੋਂ ਵੱਧ ਵੀਡੀਓ ਪਾ ਕੇ ਤੁਹਾਨੂੰ ਇਸ ਸੰਵਿਧਾਨ ਪ੍ਰਤੀ ਜਾਗਰੂਕ ਕਰ ਸਕਾਂ। ਸੋ ਆਓ ਪੜ੍ਹਦੇ ਹਾਂ ਅਸੀਂ ਸੰਵਿਧਾਨ ਦੇ ਅਗਲੇ ਆਰਟੀਕਲ। ਇਸ ਵਿੱਚ ਕੀ ਲਿਖਿਆ? ਹੁਣ ਤੱਕ ਅਸੀਂ ਭਾਰਤ ਦੇ ਸੰਵਿਧਾਨ ਦੇ ਜਿੰਨੇ ਵੀ ਆਰਟੀਕਲ ਪੜ੍ਹ ਕੇ ਸੁਣਾਏ ਨੇ, ਉਮੀਦ ਕਰਦਾ ਤੁਸੀਂ ਉਸ ਪ੍ਰਤੀ ਆਪਣਾ ਪੱਖ ਰੱਖਿਆ ਹੋਵੇਗਾ ਕਿ ਤੇ ਸੁਚੇਤ ਵੀ ਹੋਏ ਹੋਵੋਗੇ ਤੇ ਸੰਤੁਸ਼ਟੀ ਵੀ ਜ਼ਾਹਰ ਕੀਤੀ ਹੋਊਗੀ। ਹੁਣ ਤੱਕ ਅਸੀਂ ਪੜ੍ਹ ਚੁੱਕੇ ਹਾਂ ਜੀ 213 ਨੰਬਰ ਆਰਟੀਕਲ ਤੱਕ। ਅੱਜ ਅਸੀਂ ਪੜ੍ਹਾਂਗੇ ਜੀ ਅਧਿਆਇ 5ਵਾਂ ਆਰਟੀਕਲ ਨੰਬਰ 214, ਰਾਜਾਂ ਦੇ ਹਾਈ ਕੋਰਟ। ਇਹਦੇ ਵਿੱਚ ਪੜ੍ਹਾਂਗੇ ਰਾਜਾਂ ਦੇ ਹਾਈ ਕੋਰਟ ਕਿੱਦਾਂ ਨਿਯੁਕਤ ਹੁੰਦੇ ਨੇ ਤੇ ਕਿੱਦਾਂ ਇਹਨਾਂ ਦਾ ਕੰਮ ਕਾਰਜ ਕਰਨ ਦੀ ਸਮਰੱਥਾ ਹੁੰਦੀ ਆ, ਤੇ ਇਹਨਾਂ ਦੇ ਕੋਲ ਰਾਜਾਂ ਦੀ ਜੋ ਸਾਡੀ ਹਾਈ ਕੋਰਟ ਆ, ਜਿੱਦਾਂ ਸਾਡੇ ਪੰਜਾਬ ਦੀ ਹਾਈ ਕੋਰਟ ਆ, ਜਾਂ ਹਰਿਆਣੇ ਦੀ ਹਾਈ ਕੋਰਟ ਹੈ, ਜਾਂ ਕਿਸੇ ਹੋਰ ਬਾਹਰਲੇ ਰਾਜ ਦੀਆਂ ਹਾਈ ਕੋਰਟਾਂ ਨੇ, ਉਸ ਦੇ ਅਧਿਕਾਰ ਕੀ ਹੁੰਦੇ ਨੇ। ਆਰਟੀਕਲ ਨੰਬਰ 214 ਕਹਿੰਦਾ ਜੀ ਹਰ ਰਾਜ ਲਈ ਇੱਕ ਹਾਈ ਕੋਰਟ ਹੋਵੇਗੀ। ਹਰ ਰਾਜ ਵਿੱਚ ਇੱਕ ਹਾਈ ਕੋਰਟ ਹੁੰਦੀ ਆ ਜੀ। ਹਰ ਆਰਟੀਕਲ 214 ਨੰਬਰ ਪੜ੍ਹ ਸਕਦੇ ਹੋ ਤੁਸੀਂ। ਹਰ ਰਾਜ ਵਿੱਚ ਇੱਕ ਹੀ ਹਾਈ ਕੋਰਟ ਹੋਵੇਗੀ। ਆਰਟੀਕਲ ਨੰਬਰ 215 ਹਰ ਹਾਈ ਕੋਰਟ ਦਾ ਇੱਕ ਰਿਕਾਰਡ ਕੋਰਟ ਹੋਵੇਗਾ। ਜੋ ਆਰਟੀਕਲ 215 ਦੇ ਵਿੱਚ ਲਿਖਿਆ ਭਾਰਤ ਦੇ ਸੰਵਿਧਾਨ ਦੇ ਵਿੱਚ ਕਿ ਹਰ ਹਾਈ ਕੋਰਟ ਦਾ ਇੱਕ ਰਿਕਾਰਡ ਕੋਰਟ ਹੋਵੇਗਾ, ਜਿਸ ਵਿੱਚ ਜੋ ਵੀ ਸਾਡੇ ਵੇਰਵੇ ਨੇ ਉਸ ਵਿੱਚ ਜਮ੍ਹਾਂ ਕੀਤੇ ਜਾਂਦੇ ਨੇ, ਜਾਂ ਸਾਡੀਆਂ ਸ਼ਿਕਾਇਤਾਂ ਪ੍ਰਤੀ ਜਾਂ ਸਾਡੀਆਂ ਸਜ਼ਾਵਾਂ ਪ੍ਰਤੀ, ਉਹ ਇੱਕ ਹਾਈ ਕੋਰਟ ਦੇ ਵਿੱਚ ਰਿਕਾਰਡ ਕੋਰਟ ਹੁੰਦੀ ਹੈ। ਉਹਦੇ ਵਿੱਚ ਜੋ ਬਕਾਇਦਾ ਸਾਰੀ ਡਿਟੇਲ ਰਿਕਾਰਡ ਹੁੰਦਾ ਕਿ ਕਿਹੜੇ ਵਿਅਕਤੀ ਨੂੰ ਕਿਸ ਪ੍ਰਕਾਰ ਦੀ ਸਜ਼ਾ ਜਾਂ ਕਿਸ ਪ੍ਰਕਾਰ ਦਾ ਦੰਡ ਨਿਸ਼ਚਿਤ ਕਰਨਾ। ਉਸ ਨੂੰ ਆਪਣੀ ਮਾਣ ਹਾਨੀ ਲਈ ਦੰਡ ਦੇਣ ਦੀ ਸ਼ਕਤੀ ਸਮੇਤ ਅਜਿਹੀ ਕੋਰਟ ਦੀਆਂ ਸਭ ਸ਼ਕਤੀਆਂ ਪ੍ਰਾਪਤ ਹੋਣਗੀਆਂ। ਜੋ ਸਾਡੇ ਰਾਜ ਦੀ ਹਾਈ ਕੋਰਟ ਆ, ਉਹਦਾ ਜੋ ਰਿਕਾਰਡ ਰੂਮ ਆ ਜੀ, ਉਹਦੇ ਵਿੱਚ ਮਾਣ ਹਾਨੀ ਤੇ ਦੰਡ ਦੇਣ ਦੀਆਂ ਸ਼ਕਤੀਆਂ ਸਮੇਤ ਅਜਿਹੀਆਂ ਸਾਰੀਆਂ ਸ਼ਕਤੀਆਂ ਪ੍ਰਾਪਤ ਹੁੰਦੀਆਂ ਨੇ ਸਾਡੀ ਹਾਈ ਕੋਰਟ ਨੂੰ, ਕਿ ਉਹ ਆਪਣਾ ਪੱਖ ਤੇ ਆਪਣਾ ਸੁਝਾਅ ਦੇ ਸਕਦੀਆਂ ਨੇ ਤੇ ਆਪਣਾ ਜੋ ਅੰਤਮ ਫੈਸਲਾ ਉਹ ਸੁਣਾ ਸਕਦੀਆਂ ਨੇ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 216। ਹਰ ਹਾਈ ਕੋਰਟ ਵਿੱਚ ਚੀਫ ਜਸਟਿਸ ਅਤੇ ਹੋਰ ਜੱਜ ਹੋਣਗੇ, ਜਿਨ੍ਹਾਂ ਨੂੰ ਸਮੇਂ-ਸਮੇਂ ਰਾਸ਼ਟਰਪਤੀ ਨਿਯੁਕਤ ਕਰੇਗਾ। ਜਿਹੜੇ ਵੀ ਰਾਜ ਦੀ ਹਾਈ ਕੋਰਟ ਆ ਜੀ, ਉਹਦੇ ਵਿੱਚ ਚੀਫ ਜਸਟਿਸ ਜੋ ਹੁੰਦੇ ਨੇ ਉਹ ਜੱਜ ਹੋਣਗੇ, ਜਿਨ੍ਹਾਂ ਨੂੰ ਸਮੇਂ-ਸਮੇਂ ਰਾਸ਼ਟਰਪਤੀ ਨਿਯੁਕਤ ਕਰਦਾ ਰਹਿੰਦਾ। ਤੇ ਕਿੱਥੇ ਕਿਹੜੇ ਜੱਜ ਦੀ ਲੋੜ ਹੈ
ਇਹ ਰਾਸ਼ਟਰਪਤੀ ਨਿਯੁਕਤ ਕਰ ਦਿੰਦਾ ਜੀ। ਅੱਗੇ ਪੜ੍ਹਦੇ ਹਾਂ ਆਰਟੀਕਲ ਨੰਬਰ 217 ਹਾਈ ਕੋਰਟ ਦੇ ਜੱਜ ਦੀ ਨਿਯੁਕਤੀ ਅਤੇ ਉਸਦੇ ਅਹੁਦੇ ਦੀਆਂ ਸ਼ਰਤਾਂ। ਜੋ ਸਾਡੇ ਰਾਜ ਦਾ ਹਾਈ ਕੋਰਟ ਹੈ ਜੀ, ਉਹਦੇ ਜੱਜ ਦੀ ਜੋ ਨਿਯੁਕਤੀ ਹੁੰਦੀ ਆ ਤੇ ਉਹਦੇ ਅਹੁਦੇ ਜੋ ਹੁੰਦੇ ਨੇ, ਉਹਦੇ ਅਹੁਦੇ ਪ੍ਰਤੀ ਉਹਦੀਆਂ ਕੀ ਸ਼ਰਤਾਂ ਨੇ, ਉਹਦੇ ਕਾਰਜਕਾਲ ਦੀ ਕੀ ਸਮਰੱਥਾ, ਕੀ ਉਹਨੂੰ ਮਿਲਦਾ ਜਾਂ ਕੀ ਉਹ ਸਾਨੂੰ ਦਿੰਦਾ ਹੈ, ਉਸ ਪ੍ਰਤੀ ਤੁਸੀਂ ਆਰਟੀਕਲ ਨੰਬਰ 217 ਵਿੱਚ ਪੜ੍ਹ ਸਕਦੇ ਹੋ। ਭਾਰਤ ਦੇ ਚੀਫ ਜਸਟਿਸ ਤੋਂ, ਉਸ ਰਾਜ ਦੇ ਰਾਜਪਾਲ ਤੋਂ ਅਤੇ ਚੀਫ ਜਸਟਿਸ ਤੋਂ ਅਲੱਗ ਜੱਜ ਦੀ ਨਿਯੁਕਤੀ ਦੀ ਦਸ਼ਾ ਵਿੱਚ ਉਹ ਹਾਈ ਕੋਰਟ ਚੀਫ ਜਸਟਿਸ ਨਾਲ ਸਲਾਹ ਕਰਨ ਮਗਰੋਂ ਰਾਸ਼ਟਰਪਤੀ ਹਾਈ ਕੋਰਟ ਦੇ ਹਰੇਕ ਜੱਜ ਦੀ ਨਿਯੁਕਤੀ ਕਰੇਗਾ ਤੇ ਇਹ 62 ਸਾਲ ਦੀ ਉਮਰ ਤੱਕ ਹੋਵੇਗੀ। ਜੋ ਭਾਰਤ ਦਾ ਚੀਫ ਜਸਟਿਸ ਹੁੰਦਾ, ਜੋ ਹਾਈ ਕੋਰਟ ਦਾ ਜੱਜ ਨਿਯੁਕਤ ਹੁੰਦਾ ਹੈ, ਉਹਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਤੇ ਉਹਦੀ ਉਮਰ ਜਦੋਂ 62 ਸਾਲ ਤੱਕ ਹੋ ਜਾਂਦੀ ਹੈ ਉਦੋਂ ਤੱਕ ਆਪਣੇ ਉਹ ਚੀਫ ਜਸਟਿਸ ਜੱਜ ਦੇ ਅਹੁਦੇ ਤੇ ਰਹਿ ਸਕਦਾ। ਤੇ ਰਾਜਪਾਲ ਅਤੇ ਚੀਫ ਜਸਟਿਸ ਤੋਂ ਅਲੱਗ ਜੱਜਾਂ ਦੀ ਨਿਯੁਕਤੀ ਦੀ ਦਿਸ਼ਾ ਵਿੱਚ ਹਾਈ ਕੋਰਟ ਨਾਲ ਸਲਾਹ ਕਰਨ ਦੇ ਮਗਰੋਂ ਰਾਸ਼ਟਰਪਤੀ ਇਹਨਾਂ ਨੂੰ ਜੀ ਨਿਯੁਕਤ ਕਰਦਾ ਹੈ ਕਿ ਇਹਨਾਂ ਦਾ ਕੀ ਜੋ ਕਾਰਜਕਾਲ ਹੁੰਦਾ ਹੈ ਤੇ ਇਹਨਾਂ ਦੀ ਉਮਰ ਜੋ ਦੱਸੀ ਆ ਵੀ 62 ਸਾਲ ਦੀ ਉਮਰ ਤੱਕ ਚੀਫ ਜਸਟਿਸ ਹਾਈ ਕੋਰਟ ਦਾ ਜੱਜ ਰਹਿ ਸਕਦਾ ਵਾ। ਇਹ ਆਰਟੀਕਲ ਨੰਬਰ ਤੁਸੀਂ 217 ਨੰਬਰ ਵਿੱਚ ਪੜ੍ਹ ਸਕਦੇ ਹੋ ਜੀ। ਮੈਂ ਕੋਸ਼ਿਸ਼ ਕਰਦਾ ਕਿ ਹਰ ਆਰਟੀਕਲ ਪ੍ਰਤੀ ਤੁਹਾਨੂੰ ਪੂਰੀ ਸੰਤੁਸ਼ਟੀ ਦੇ ਸਕਾਂ। ਅਗਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਆਰਟੀਕਲ ਪ੍ਰਤੀ ਤੁਸੀਂ ਸੰਤੁਸ਼ਟ ਨਹੀਂ ਹੁੰਦੇ ਜਾਂ ਕਿਸੇ ਆਰਟੀਕਲ ਵਿੱਚ ਤੁਹਾਨੂੰ ਦਿੱਕਤ ਆ ਰਹੀ ਆ, ਸਮਝ 'ਚ ਪ੍ਰੋਬਲਮ ਆ ਰਹੀ ਆ, ਤਾਂ ਤੁਸੀਂ ਥੱਲੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤਾਂ ਕਿ ਮੈਂ ਤੁਹਾਨੂੰ ਉਹ ਆਰਟੀਕਲ ਪ੍ਰਤੀ ਹੋਰ ਜਾਣਕਾਰੀ ਮੁਹੱਈਆ ਕਰਵਾ ਸਕਾਂ, ਜਿਸ ਨਾਲ ਤੁਸੀਂ ਆਪਣੀ ਸੰਤੁਸ਼ਟੀ ਨਿਸ਼ਚਿਤ ਕਰ ਲਵੋ ਕਿ ਜੋ ਆਰਟੀਕਲ ਪੜ੍ਹਿਆ, ਜੋ ਇਸ ਵਿੱਚ ਲਿਖਿਆ ਉਹ ਸਹੀ ਹੈ ਤੇ ਸਾਨੂੰ ਇਸ ਆਰਟੀਕਲ ਪ੍ਰਤੀ ਤੇ ਇਸ ਭਾਰਤ ਦੇ ਸੰਵਿਧਾਨ ਪ੍ਰਤੀ ਸੁਚੇਤ ਰਹਿਣਾ ਚਾਹੀਦਾ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 218 ਸੁਪਰੀਮ ਕੋਰਟ ਨਾਲ ਸੰਬੰਧਿਤ ਕੁਝ ਧਾਰਾਵਾਂ ਦਾ ਹਾਈ ਕੋਰਟ ਤੇ ਲਾਗੂ ਹੋਣਾ। ਸੁਪਰੀਮ ਕੋਰਟ ਦੇ ਜੋ ਸੰਬੰਧਿਤ ਧਾਰਾਵਾਂ ਨੇ ਜੀ ਤੇ ਹਾਈ ਕੋਰਟ ਤੇ ਜੋ ਲਾਗੂ ਹੁੰਦੀਆਂ ਨੇ, ਉਹਦਾ ਕੀ ਕਾਰਜ ਆ ਉਹ ਆਪਾਂ ਪੜ੍ਹਦੇ ਹਾਂ। ਜਿੱਥੇ ਜਿੱਥੇ ਧਾਰਾਵਾਂ ਵਿੱਚ ਸੁਪਰੀਮ ਕੋਰਟ ਪ੍ਰਤੀ ਨਿਰਦੇਸ਼ ਹੈ ਉੱਥੇ ਉੱਥੇ ਹਾਈ ਕੋਰਟ ਪ੍ਰਤੀ ਨਿਰਦੇਸ਼ ਵੈਸੇ ਹੀ ਲਾਗੂ ਹੋਣਗੇ ਜਿਵੇਂ ਸੁਪਰੀਮ ਕੋਰਟ ਦੇ ਸੰਬੰਧ ਵਿੱਚ ਲਾਗੂ ਹੁੰਦੇ ਨੇ। ਜਿੱਥੇ ਜਿੱਥੇ ਜਿਹੜੀਆਂ ਧਾਰਾਵਾਂ ਦੇ ਵਿੱਚ ਸੁਪਰੀਮ ਕੋਰਟ ਦੇ ਜੋ ਦਿਸ਼ਾ ਨਿਰਦੇਸ਼ ਹੁੰਦੇ ਨੇ, ਉਸੇ ਤਰ੍ਹਾਂ ਰਾਜਾਂ ਦੀਆਂ ਹਾਈ ਕੋਰਟਾਂ ਵਿੱਚ ਵੀ ਉਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਹੁੰਦੇ ਨੇ। ਜਿਵੇਂ ਉਹਨਾਂ ਦੇ ਫੈਸਲਾ ਕਰਨ ਦਾ ਜੋ ਢੰਗ ਹੁੰਦਾ ਜਾਂ ਸਜ਼ਾ ਸੁਣਾਉਣ ਦਾ ਢੰਗ ਹੁੰਦਾ ਜਾਂ ਮਾਪਦੰਡ ਤੈਅ ਕਰਨ ਦਾ ਢੰਗ ਹੁੰਦਾ, ਉਹ ਢੰਗ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਇੱਕੋ ਜਿਹਾ ਹੀ ਹੁੰਦਾ, ਉਹਦੇ ਵਿੱਚ ਕੋਈ ਫੇਰ ਬਦਲ ਨਹੀਂ ਹੁੰਦਾ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 219 ਹਾਈ ਕੋਰਟ ਦੇ ਜੱਜਾਂ ਦੁਆਰਾ ਆਪਦਾ ਪਦ ਗ੍ਰਹਿਣ ਕਰਨ ਤੋਂ ਪਹਿਲਾਂ ਉਸ ਰਾਜ ਦੇ ਰਾਜਪਾਲ ਜਾਂ ਉਸ ਦੁਆਰਾ ਨਿਯੁਕਤ ਕੀਤੇ ਵਿਅਕਤੀ ਸਾਹਮਣੇ ਆਪਣੇ ਪਦ ਦੀ ਸਹੁੰ ਲੈਣੀ ਹੋਵੇਗੀ। ਹਾਈ ਕੋਰਟ ਦੇ ਜੋ ਜੱਜ ਹੁੰਦੇ ਨੇ ਜੀ, ਜਦੋਂ ਉਹਨਾਂ ਨੇ ਆਪਣੇ ਅਹੁਦੇ ਤੇ ਬਹਿਣਾ, ਰਾਜਪਾਲ ਦੁਆਰਾ ਉਹ ਜੱਜ ਨਿਯੁਕਤ ਕੀਤਾ ਜਾਂਦਾ। ਅਗਰ ਕਿਸੇ ਪ੍ਰੋਬਲਮ ਕਰਕੇ ਰਾਜਪਾਲ ਮੌਜੂਦ ਨਹੀਂ ਤਾਂ ਰਾਜਪਾਲ ਦੁਆਰਾ ਜੋ ਵਿਅਕਤੀ ਨਿਯੁਕਤ ਕੀਤਾ ਜਾਂਦਾ ਉਹ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜ ਨੂੰ ਸਹੁੰ ਚੁਕਾਉਂਦਾ ਜੀ ਕਿ ਤੁਸੀਂ ਆਪਣੇ ਕਾਰਜ ਪ੍ਰਤੀ ਜਾਂ ਆਪਣੇ ਅਹੁਦੇ ਪ੍ਰਤੀ ਵਚਨਬੱਧ ਰਹੋਗੇ, ਜੋ ਵੀ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ ਉਸ ਅਨੁਸਾਰ ਆਪਣਾ ਕੰਮਕਾਰ ਕਰੋਗੇ ਕਿ ਕੋਈ ਵੀ ਕਿਸੇ ਤੇ ਮੀਨਜ਼ ਕਿ ਕੋਈ ਵੀ ਕਿਸੇ ਦੇ ਨਾਲ ਧੱਕਾ ਨਹੀਂ ਕਰੋਗੇ। ਜੋ ਭਾਰਤ ਦੇ ਸੰਵਿਧਾਨ ਦੇ ਰਾਹੀਂ ਜਾਂ ਭਾਰਤ ਦੇ ਸੰਵਿਧਾਨ ਦੇ ਅਧੀਨ ਜਿੰਨੀਆਂ ਵੀ ਸਜ਼ਾਵਾਂ ਜਾਂ ਮਾਪਦੰਡ ਨੇ ਉਸ ਅਨੁਸਾਰ ਤੁਸੀਂ ਆਪਣਾ ਕਾਰਜ ਕਰੋਗੇ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 220 ਕੋਈ ਵਿਅਕਤੀ ਜਿਸ ਨੇ ਇਸ ਸੰਵਿਧਾਨ ਦੇ ਆਰੰਭ ਮਗਰੋਂ ਕਿਸੇ ਹਾਈ ਕੋਰਟ ਦੇ ਸਥਾਈ ਜੱਜ ਦੇ ਰੂਪ ਵਿੱਚ ਪਦ ਗ੍ਰਹਿਣ ਕੀਤਾ ਹੋਵੇ, ਸੁਪਰੀਮ ਕੋਰਟ ਅਤੇ ਹਾਈ ਕੋਰਟ ਤੋਂ ਸਿਵਾਏ ਭਾਰਤ ਵਿੱਚ ਕਿਸੇ ਕੋਰਟ ਜਾਂ ਉੱਚ ਅਧਿਕਾਰੀ ਕੋਲ ਕੰਮ ਨਹੀਂ ਕਰੇਗਾ। ਆਰਟੀਕਲ 200 ਨੰਬਰ ਵਿੱਚ ਲਿਖਿਆ ਜੀ ਕੋਈ ਵੀ ਵਿਅਕਤੀ ਜਿਸ ਨੇ ਸੰਵਿਧਾਨ ਦੇ ਆਰੰਭ ਮਗਰੋਂ, ਜਦੋਂ ਸੰਵਿਧਾਨ ਸ਼ੁਰੂ ਹੋ ਗਿਆ ਉਸ ਦੇ ਆਰੰਭ ਮਗਰੋਂ ਹਾਈ ਕੋਰਟ ਦੇ ਜੱਜ ਦੇ ਰੂਪ ਵਿੱਚ ਆਪਦਾ ਪਦ ਗ੍ਰਹਿਣ ਕੀਤਾ, ਮੀਨਜ਼ ਕਿ ਇਸ ਸੰਵਿਧਾਨ ਦੇ ਆਰੰਭ ਹੋਣ ਮਗਰੋਂ ਕਿਸੇ ਨੇ ਹਾਈ ਕੋਰਟ ਦੇ ਜੱਜ ਦਾ ਅਹੁਦਾ ਗ੍ਰਹਿਣ ਕੀਤਾ ਜਾਂ ਅਹੁਦੇ ਤੇ ਕਾਬਜ਼ ਹੋਇਆ, ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਸਿਵਾਏ, ਮੀਨਜ਼ ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਸਿਵਾਏ ਭਾਰਤ ਵਿੱਚ ਕਿਸੇ ਕੋਰਟ ਦਾ ਉੱਚ ਅਧਿਕਾਰੀ ਕੋਲ ਕੰਮ ਨਹੀਂ ਕਰੇਗਾ। ਮੀਨਜ਼ ਕਿ ਅਗਰ ਉਹ ਭਾਰਤ ਦੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੀ ਸਿਵਾਏ ਕਿਸੇ ਹੋਰ ਜਾਂਚ ਅਧਿਕਾਰੀ ਜਾਂ ਕਿਸੇ ਹੋਰ ਕੋਰਟ ਵਿੱਚ ਕੰਮ ਨਹੀਂ ਕਰ ਸਕਦਾ ਜਿੱਥੋਂ ਉਹਨੂੰ
जिस राज का सुप्रीम कोर्ट का ਜਾਂ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਜਾਂਦਾ ਉਸੇ ਕੋਰਟ ਵਿੱਚ ਉਹ ਕੰਮ ਕਰ ਸਕਦਾ। ਇਹ ਨਹੀਂ ਵੀ ਇੱਥੋਂ ਛੱਡ ਕੇ ਉਹ ਕਿਸੇ ਹੋਰ ਰਾਜ ਦੀ ਕੋਰਟ ਵਿੱਚ ਕੰਮ ਕਰ ਸਕਦਾ ਵਾ। ਇਹ ਆਰਟੀਕਲ ਨੰਬਰ ਤੁਸੀਂ 220 ਦੇ ਵਿੱਚ ਖੁਦ ਵੀ ਪੜ੍ਹ ਸਕਦੇ ਹੋ। ਮੈਂ ਬਾਰ-ਬਾਰ ਇਹੀ ਅਪੀਲ ਕਰਦਾ ਸੀ, ਅਗਰ ਮੇਰੇ ਪੜ੍ਹੇ ਸੰਵਿਧਾਨ ਦੁਆਰਾ ਜਾਂ ਕਿਸੇ ਆਰਟੀਕਲ ਦੁਆਰਾ ਤੁਹਾਨੂੰ ਸੰਤੁਸ਼ਟੀ ਵਿਅਕਤ ਨਹੀਂ ਹੁੰਦੀ ਜਾਂ ਪ੍ਰਗਟ ਨਹੀਂ ਹੁੰਦੀ ਜਾਂ ਤੁਸੀਂ ਆਪਣੀ ਸੰਤੁਸ਼ਟੀ ਨਹੀਂ ਕਰ ਪਾਉਂਦੇ ਤਾਂ ਤੁਹਾਡੇ ਕੋਲ ਮੋਬਾਈਲ ਨੇ ਹਰ ਪ੍ਰਕਾਰ ਦਾ ਉਪਕਰਨ ਤੁਹਾਡੇ ਹੱਥਾਂ ਦੇ ਵਿੱਚ ਮੌਜੂਦ ਹੈ। ਤੁਸੀਂ ਗੂਗਲ ਦੇ ਵਿੱਚ ਸਰਚ ਕਰ ਸਕਦੇ ਹੋ ਜੀ। ਉਸ ਸਰਚ ਦੇ ਵਿੱਚ ਤੁਸੀਂ ਭਾਰਤ ਦਾ ਸੰਵਿਧਾਨ ਹਿੰਦੀ ਪੰਜਾਬੀ ਇੰਗਲਿਸ਼ ਵਿੱਚ ਸਰਚ ਕਰਕੇ ਉਸ ਆਰਟੀਕਲਾਂ ਪ੍ਰਤੀ ਆਪਣੀ ਸੰਤੁਸ਼ਟੀ ਜ਼ਾਹਰ ਕਰ ਸਕਦੇ ਹੋ। ਕੋਸ਼ਿਸ਼ ਕਰੋ ਜੋ ਤੁਹਾਡੀ ਮਾਤ ਭਾਸ਼ਾ ਜਾਂ ਤੁਹਾਡੀ ਰਾਜ ਦੀ ਭਾਸ਼ਾ ਉਸ ਵਿੱਚ ਭਾਰਤ ਦਾ ਸੰਵਿਧਾਨ ਪੜ੍ਹੋ ਤਾਂ ਕਿ ਤੁਹਾਨੂੰ ਸ਼ਬਦਾਂ ਦੇ ਅਨੁਵਾਦ ਦੀ ਸਮਝ ਆ ਸਕੇ। ਸੋ ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 221 ਜੱਜਾਂ ਦੀਆਂ ਤਨਖਾਹਾਂ ਕੀ ਹੁੰਦੀਆਂ ਨੇ ਜੀ ਤੇ ਉਹਨਾਂ ਨੂੰ ਕੀ ਵੇਤਨ ਭੱਤਾ ਮਿਲਦਾ। ਇਹ ਆਰਟੀਕਲ ਨੰਬਰ 221 ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ। ਹਰ ਹਾਈ ਕੋਰਟ ਦੇ ਜੱਜ ਦਾ ਵੇਤਨ ਸੰਸਦ ਤੈਅ ਕਰਦੀ ਹੈ। ਜੋ ਵੀ ਹਾਈ ਕੋਰਟ ਦਾ ਜੱਜ ਆ ਜੀ ਉਹਦੀ ਜੋ ਤਨਖਾਹ ਉਹ ਸੰਸਦ ਤੈਅ ਕਰਦੀ ਹੈ ਕਿ ਇਸ ਜੱਜ ਨੂੰ ਕਿੰਨੀ ਤਨਖਾਹ ਦੇਣੀ ਚਾਹੀਦੀ ਹੈ। ਹਰ ਜੱਜ ਅਜਿਹੇ ਭੱਤਿਆਂ ਛੁੱਟੀ ਪੈਨਸ਼ਨਾਂ ਦੇ ਅਧਿਕਾਰਾਂ ਦਾ ਹੱਕਦਾਰ ਹੋਵੇਗਾ ਜੋ ਸੰਸਦ ਦੁਆਰਾ ਬਣਾ ਕੇ ਤੈਅ ਕਾਨੂੰਨ ਕਰਦੀ ਹੈ। ਜੋ ਵੀ ਹਾਈ ਕੋਰਟ ਦਾ ਜੱਜ ਹੈ ਜੀ ਉਸ ਨੂੰ ਛੁੱਟੀ ਭੱਤੇ ਤੇ ਪੈਨਸ਼ਨ ਦਾ ਉਹ ਹੱਕਦਾਰ ਹੁੰਦਾ ਜੋ ਸੰਸਦ ਦੁਆਰਾ ਕਾਨੂੰਨ ਬਣਾ ਕੇ ਤੈਅ ਕੀਤੇ ਜਾਂਦੇ ਨੇ ਜਾਂ ਸੰਸਦ ਦੇ ਕਾਨੂੰਨਾਂ ਦੁਆਰਾ ਉਸ ਨੂੰ ਜੋ ਤੈਅ ਭੱਤੇ ਜਾਂ ਵੇਤਨ ਜਾਂ ਤਨਖਾਹ ਜਾਂ ਭੱਤੇ ਜੋ ਉਸ ਦਾ ਅਧਿਕਾਰ ਹੁੰਦਾ ਉਹ ਸੰਸਦ ਦੇ ਕਾਨੂੰਨਾਂ ਦੁਆਰਾ ਜੋ ਤੈਅ ਕੀਤਾ ਜਾਂਦਾ ਉਹੀ ਹਾਈ ਕੋਰਟ ਦੇ ਜੱਜ ਨੂੰ ਮਿਲਦਾ ਜੀ। ਅੱਗੇ ਆਰਟੀਕਲ ਪੜ੍ਹਦੇ ਹਾਂ ਜੀ ਆਪਾਂ 222 ਕਿਸੇ ਜੱਜ ਦਾ ਇੱਕ ਹਾਈ ਕੋਰਟ ਤੋਂ ਦੂਜੇ ਹਾਈ ਕੋਰਟ ਵਿੱਚ ਤਬਾਦਲਾ ਰਾਸ਼ਟਰਪਤੀ ਚੀਫ ਜਸਟਿਸ ਦੀ ਸਲਾਹ ਨਾਲ ਕਰ ਸਕੇਗਾ। ਜੋ ਸਾਡਾ ਜੱਜ ਆ ਹਾਈ ਕੋਰਟ ਦਾ ਅਗਰ ਉਹਨੂੰ ਇੱਕ ਹਾਈ ਕੋਰਟ ਤੋਂ ਦੂਜੇ ਹਾਈ ਕੋਰਟ ਵਿੱਚ ਭੇਜਣਾ ਤਾਂ ਰਾਸ਼ਟਰਪਤੀ ਚੀਫ ਜਸਟਿਸ ਦੀ ਸਲਾਹ ਨਾਲ ਉਹਦੇ ਜਾਣਤੀ ਮੀਨਜ਼ ਉਹਨੂੰ ਇੱਕ ਹਾਈ ਕੋਰਟ ਤੋਂ ਦੂਜੀ ਹਾਈ ਕੋਰਟ ਵਿੱਚ ਭੇਜ ਸਕਦਾ ਵਾ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 223 ਕਾਰਜਕਾਰੀ ਚੀਫ ਜਸਟਿਸ ਦੀ ਨਿਯੁਕਤੀ। ਜੋ ਕੰਮ ਕਰਨ ਵਾਲਾ ਚੀਫ ਜਸਟਿਸ ਹੁੰਦਾ ਜੀ ਉਹਦੀ ਨਿਯੁਕਤੀ ਉਹਦਾ ਅਹੁਦਾ ਕਿੱਦਾਂ ਭਰਿਆ ਜਾਂਦਾ। ਜਦ ਕਿਸੇ ਹਾਈ ਕੋਰਟ ਦੇ ਚੀਫ ਜਸਟਿਸ ਦਾ ਪਦ ਖਾਲੀ ਹੈ ਤਾਂ ਅਜਿਹਾ ਚੀਫ ਜਸਟਿਸ ਗੈਰ ਹਾਜ਼ਰੀ ਕਾਰਨ ਜੋ ਕਿਸੇ ਵਜ੍ਹਾ ਕਰਕੇ ਆਪਣੇ ਫਰਜ਼ ਪਾਲਣ ਤੋਂ ਸਮਰਥ ਹੈ ਤਾਂ ਕੋਰਟ ਦੇ ਹੋਰ ਜੱਜਾਂ ਵਿੱਚੋਂ ਰਾਸ਼ਟਰਪਤੀ ਨੂੰ ਕਿਸੇ ਸਰਕਾਰੀ ਚੀਫ ਜਸਟਿਸ ਦੇ ਫਰਜ਼ ਦਾ ਅਦਾ ਕਰਨ ਲਈ ਕਿਹਾ ਜਾ ਸਕਦਾ। ਅਗਰ ਹਾਈ ਕੋਰਟ ਦੇ ਚੀਫ ਜਸਟਿਸ ਦਾ ਅਹੁਦਾ ਖਾਲੀ ਆ ਜਾਂ ਚੀਫ ਜਸਟਿਸ ਆਪਣੇ ਅਹੁਦੇ ਤੋਂ ਗੈਰ ਹਾਜ਼ਰ ਆ ਮੀਨਜ਼ ਕਿਸੇ ਵਜ੍ਹਾ ਕਰਕੇ ਉਹ ਆਪਣੇ ਫਰਜ਼ ਪਾਲਣ ਕਰਨ ਤੋਂ ਸਮਰਥ ਆ ਮੀਨਜ਼ ਉਹ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਨਹੀਂ ਕਰ ਸਕਦਾ ਜਾਂ ਸਮਰਥ ਆ ਜਾਂ ਬਿਮਾਰ ਆ ਜਾਂ ਦੇਸ਼ ਤੋਂ ਬਾਹਰ ਆ ਤਾਂ ਕੋਰਟ ਦੇ ਜੱਜਾਂ ਵਿੱਚੋਂ ਰਾਸ਼ਟਰਪਤੀ ਕਿਸੇ ਕਾਰਜਕਾਰੀ ਚੀਫ ਜਸਟਿਸ ਦੇ ਫਰਜ਼ ਅਦਾ ਕਰਨ ਲਈ ਕਹਿ ਸਕਦਾ। ਮੀਨਜ਼ ਕੋਰਟ ਦੇ ਜੋ ਜੱਜ ਹੁੰਦੇ ਨੇ ਜੀ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਚੀਫ ਜਸਟਿਸ ਦਾ ਜੋ ਉਹਦੇ ਕੰਮ ਕਰਨ ਦੀਆਂ ਫਰਜ਼ ਨੇ ਉਹਨਾਂ ਫਰਜ਼ਾਂ ਨੂੰ ਪੂਰਾ ਕਰਨ ਲਈ ਰਾਸ਼ਟਰਪਤੀ ਕਹਿ ਸਕਦਾ ਜੀ। ਅੱਗੇ ਪੜ੍ਹਦੇ ਹਾਂ ਆਰਟੀਕਲ ਨੰਬਰ 224 ਵਾਧੂ ਅਤੇ ਕਾਰਜਕਾਰੀ ਜੱਜਾਂ ਦੀ ਨਿਯੁਕਤੀ। ਜੇ ਹਾਈ ਕੋਰਟ ਦੇ ਕਾਰਜ ਵਿੱਚ ਕਿਸੇ ਅਸਥਾਈ ਵਾਧਾ ਜਾਂ ਬਕਾਇਆ ਕੰਮ ਕਾਰਨ ਰਾਸ਼ਟਰਪਤੀ ਸਮਝਦਾ ਹੈ ਕਿ ਉਸ ਹਾਈ ਕੋਰਟ ਦੇ ਜੱਜਾਂ ਦੀ ਗਿਣਤੀ ਵਧਾ ਦੇਣੀ ਚਾਹੀਦੀ ਹੈ ਤਾਂ ਰਾਸ਼ਟਰਪਤੀ ਯੋਗ ਵਿਅਕਤੀਆਂ ਨੂੰ 2 ਸਾਲੀ ਵਾਧੂ ਜੱਜ ਨਿਯੁਕਤ ਕਰ ਸਕਦਾ। ਅਗਰ ਹਾਈ ਕੋਰਟ ਦੇ ਵਿੱਚ ਕਾਰਜ ਕਰਨ ਦਾ ਸਮਾਂ ਜਾਂ ਕੁਝ ਕੇਸ ਪੈਂਡਿੰਗ ਪਏ ਨੇ ਜਾਂ ਕਿਸੇ ਕੇਸ ਫੈਸਲੇ ਅਧੀਨ ਨੇ ਜਾਂ ਵੱਧ ਨੇ, ਜੇ ਰਾਸ਼ਟਰਪਤੀ ਸਮਝਦਾ ਹੈ ਕਿ ਹਾਈ ਕੋਰਟ ਦੇ ਜੱਜਾਂ ਦੀ ਗਿਣਤੀ ਵਧਾ ਦੇਣੀ ਚਾਹੀਦੀ ਹੈ ਤਾਂ ਰਾਸ਼ਟਰਪਤੀ ਯੋਗ ਵਿਅਕਤੀਆਂ ਨੂੰ 2 ਸਾਲ ਲਈ ਵਾਧੂ ਜੱਜ ਨਿਯੁਕਤ ਕਰ ਦਿੰਦਾ ਤਾਂ ਕਿ ਉਹ ਆਪਣਾ ਕੰਮਕਾਰ ਸਹੀ ਤਰੀਕੇ ਨਾਲ ਕਰ ਸਕਣ ਤੇ ਫੈਸਲੇ ਆਪਣੇ ਟਾਈਮ ਸਿਰ ਦੇ ਸਕਣ। ਜਦੋਂ ਕਿਸੇ ਜੱਜ ਦਾ ਕੋਈ ਜੱਜ ਮੁੱਖ ਜੱਜ ਤੋਂ ਇਲਾਵਾ ਜਦੋਂ ਕਿਸੇ ਹਾਈ ਕੋਰਟ ਦਾ ਜੱਜ ਮੁੱਖ ਜੱਜ ਤੋਂ ਇਲਾਵਾ ਕਿਸੇ ਕਾਰਨ ਗੈਰ ਹਾਜ਼ਰ ਰਹਿੰਦਾ ਹੈ ਤਾਂ ਰਾਸ਼ਟਰਪਤੀ ਉੱਥੋਂ ਤੱਕ ਕਿਸੇ ਯੋਗ ਵਿਅਕਤੀ ਨੂੰ ਉਸ ਦੀ ਥਾਂ ਤੇ ਨਿਯੁਕਤ ਕਰ ਦਿੰਦਾ ਹੈ ਜਦੋਂ ਤੱਕ ਉਹ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੁੰਦਾ। ਜਦੋਂ ਕਿਸੇ ਹਾਈ ਕੋਰਟ ਦਾ ਜੱਜ ਜੀ ਮੁੱਖ ਜੱਜ ਤੋਂ ਇਲਾਵਾ ਕਿਸੇ ਕਾਰਨ ਗੈਰ ਹਾਜ਼ਰ ਰਹਿੰਦਾ ਤਾਂ ਰਾਸ਼ਟਰਪਤੀ ਕਿਸੇ ਯੋਗ ਵਿਅਕਤੀ ਨੂੰ ਉਸ ਦੀ ਥਾਂ ਨਿਯੁਕਤ ਕਰ ਦਿੰਦਾ ਤੇ ਉਹ ਆਪਣੀ ਡਿਊਟੀ ਤੇ ਹਾਜ਼ਰ ਰਹਿੰਦਾ ਵਾ ਜਦੋਂ ਤੱਕ ਹਾਈ ਕੋਰਟ ਦਾ ਜੱਜ ਵਾਪਸ ਨਹੀਂ ਆ ਜਾਂਦਾ। ਉਦੋਂ ਤੱਕ ਜੋ ਰਾਸ਼ਟਰਪਤੀ ਦੁਆਰਾ
ਯੋਗ ਵਿਅਕਤੀ ਨਿਯੁਕਤ ਕੀਤਾ ਜਾਂਦਾ ਉਹ ਕੰਮਕਾਰ ਸੰਭਾਲਦਾ ਜੀ। ਹਾਈ ਕੋਰਟ ਵਿੱਚ ਸੇਵਾ ਮੁਕਤ ਜੱਜਾਂ ਦੀ ਨਿਯੁਕਤੀ, ਜੋ ਹਾਈ ਕੋਰਟ ਦੇ ਵਿੱਚ ਸੇਵਾ ਮੁਕਤ ਜੱਜ ਰਿਟਾਇਰ ਹੋ ਸਕੇ ਨੇ ਉਹਨਾਂ ਦੀ ਜੱਜਾਂ ਦੀ ਨਿਯੁਕਤੀ ਬਾਰੇ ਕੀ ਸੁਝਾਅ ਨੇ ਜੀ। ਕਿਸੇ ਰਾਜ ਦੇ ਹਾਈ ਕੋਰਟ ਦਾ ਚੀਫ ਜਸਟਿਸ ਕਿਸੇ ਵੀ ਸਮੇਂ ਰਾਸ਼ਟਰਪਤੀ ਦੀ ਮਨਜ਼ੂਰੀ ਲੈ ਕੇ ਹਾਈ ਕੋਰਟ ਦੇ ਸੇਵਾ ਮੁਕਤ ਜੱਜਾਂ ਦੀਆਂ ਸੇਵਾਵਾਂ ਲਈ ਕਹਿ ਸਕਦਾ ਹੈ। ਅਗਰ ਕਿਸੇ ਰਾਜ ਦੇ ਹਾਈ ਕੋਰਟ ਦਾ ਚੀਫ ਜਸਟਿਸ ਕਿਸੇ ਸਮੇਂ ਰਾਸ਼ਟਰਪਤੀ ਦੀ ਮਨਜ਼ੂਰੀ ਲੈ ਕੇ ਹਾਈ ਕੋਰਟ ਦੇ ਵਿੱਚ ਸੇਵਾ ਜੱਜਾਂ ਦੀਆਂ ਸੇਵਾਵਾਂ ਲਈ ਕਹਿ ਸਕਦਾ ਕਿ ਅਗਰ ਮੈਨੂੰ ਕੁਝ ਸਮਾਂ ਹੋਰ ਦਿੱਤਾ ਜਾਵੇ ਤਾਂ ਮੈਂ ਆਪਣੇ ਫਰਜ਼ ਨਿਭਾ ਸਕਾਂ। ਅਗਰ ਉਹ ਸੇਵਾ ਮੁਕਤ ਹੋ ਚੁੱਕਿਆ ਤਾਂ ਫਿਰ ਵੀ ਉਹ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਦੁਬਾਰਾ ਆਪਣੀਆਂ ਸੇਵਾਵਾਂ ਦੇ ਸਕਦਾ ਹਾਈ ਕੋਰਟ ਨੂੰ। ਆਰਟੀਕਲ ਨੰਬਰ 225 ਪੜ੍ਹਦੇ ਆ ਜੀ, ਮੌਜੂਦਾ ਹਾਈ ਕੋਰਟ ਦੇ ਜੱਜਾਂ ਦਾ ਅਧਿਕਾਰ ਖੇਤਰ, ਜੋ ਇਸ ਟਾਈਮ ਹਾਈ ਕੋਰਟ ਦੇ ਜੱਜ ਨੇ ਜੀ, ਉਹਨਾਂ ਦਾ ਜੋ ਅਧਿਕਾਰ ਖੇਤਰ ਆ ਉਸ ਪ੍ਰਤੀ ਉਹਨਾਂ ਦੇ ਕੰਮ ਨੇ ਉਹ ਕੀ ਨੇ, ਇਹ ਤੁਸੀਂ ਆਰਟੀਕਲ ਨੰਬਰ 225 ਵਿੱਚ ਪੜ੍ਹ ਸਕਦੇ ਹੋ। ਉਹੀ ਹੋਵੇਗਾ ਜੋ ਸੰਵਿਧਾਨਿਕ ਕਾਨੂੰਨ ਤਹਿਤ ਸੰਵਿਧਾਨ ਦੇ ਸ਼ੁਰੂ ਹੋਣ ਤੇ ਸੀ। ਜੋ ਉਹੀ ਕਰ ਸਕਦੇ ਨੇ ਜੋ ਹਾਈ ਕੋਰਟ ਦੇ ਜੱਜ ਨੇ ਜੋ ਭਾਰਤ ਦੇ ਸੰਵਿਧਾਨਿਕ ਦੇ ਕਾਨੂੰਨ ਤਹਿਤ ਸੰਵਿਧਾਨ ਬਣਾਇਆ ਗਿਆ। ਇਸ ਤੋਂ ਬਾਹਰ ਜਾ ਕੇ ਉਹ ਆਪਣਾ ਕੰਮ ਨਹੀਂ ਕਰ ਸਕਦੇ। ਇਸ ਵਿੱਚ ਕਾਨੂੰਨ ਅਨੁਸਾਰ ਕੀਤੀਆਂ ਤਰਸੀਮਾਂ, ਸੋਧ ਜਾਂ ਤਬਦੀਲੀਆਂ ਸ਼ਾਮਲ ਹਨ। ਜੋ ਵੀ ਕਾਨੂੰਨ ਦੁਆਰਾ ਤਬਦੀਲੀਆਂ ਜਾਂ ਸੋਧਾਂ ਕਰੀਆਂ ਜਾਂਦੀਆਂ ਨੇ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਉਹ ਉਹਨਾਂ ਦੇ ਕੰਮਕਾਰ ਵਿੱਚ ਸ਼ਾਮਲ ਹਨ, ਪਰ ਉਹ ਭਾਰਤ ਦੇ ਸੰਵਿਧਾਨ ਤੋਂ ਬਾਹਰ ਜਾ ਕੇ ਨਹੀਂ ਕੰਮ ਕਰ ਸਕਦੇ। ਜੋ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਹੈ ਉਹੀ ਕੰਮ ਕਰ ਸਕਦੇ। ਅੱਗੇ ਆਰਟੀਕਲ ਪੜ੍ਹਦੇ ਹਾਂ ਜੀ 226। ਕੁਝ ਖਾਸ ਰਿਟਾਂ ਜਾਰੀ ਕਰਨ ਲਈ ਹਾਈ ਕੋਰਟ ਕੋਲ ਸ਼ਕਤੀ ਹੈ। ਕੁਝ ਖਾਸ ਰਿਟਾਂ ਮੀਨਜ਼ ਕਿ ਜਾਂ ਕੁਝ ਜੋ ਫੈਸਲੇ ਰੁਕੇ ਹੋਏ ਨੇ ਜਾਂ ਜਿਨ੍ਹਾਂ ਕੇਸਾਂ ਤੇ ਹਜੇ ਫੈਸਲਾ ਨਹੀਂ ਆਇਆ ਤਾਂ ਹਾਈ ਕੋਰਟ ਕੋਲ ਸ਼ਕਤੀਆਂ ਹੁੰਦੀਆਂ ਨੇ, ਉਹ ਖਾਸ ਰਿਟਾਂ ਨੂੰ ਜਾਰੀ ਕਰ ਸਕਦੇ ਨੇ। ਆਰਟੀਕਲ ਨੰਬਰ 227। ਸਾਰੀਆਂ ਕੋਰਟਾਂ ਜੋ ਹਾਈ ਕੋਰਟ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ ਉਹਨਾਂ ਦੀ ਨਿਗਰਾਨੀ ਹਾਈ ਕੋਰਟ ਕਰ ਸਕੇਗਾ, ਉਹਨਾਂ ਦੇ ਵੇਰਵੇ ਮੰਗ ਸਕੇਗਾ, ਉਹਨਾਂ ਦੇ ਕੰਮਕਾਜ ਬਾਰੇ ਸਧਾਰਨ ਨਿਯਮ ਬਣਾ ਸਕੇਗਾ। ਸਾਰੀਆਂ ਕੋਰਟਾਂ ਜੋ ਹਾਈ ਕੋਰਟ ਦੇ ਅਧਿਕਾਰ ਦੇ ਖੇਤਰ ਵਿੱਚ ਆਉਂਦੀਆਂ ਹਨ ਹਾਈ ਕੋਰਟ ਉਹਨਾਂ ਦੀ ਨਿਗਰਾਨੀ ਕਰ ਸਕਦਾ ਜੀ। ਉਹਨਾਂ ਦੇ ਵਿੱਚ ਜੋ ਵੀ ਕੇਸ ਪੈਂਡਿੰਗ ਨੇ ਜਾਂ ਕੁਝ ਸ਼ਿਕਾਇਤਾਂ ਜਾਂ ਵੇਰਵੇ ਜੋ ਵੀ ਵਿਚਾਰ ਅਧੀਨ ਪਏ ਨੇ ਤਾਂ ਹਾਈ ਕੋਰਟ ਉਹਨਾਂ ਤੋਂ ਮੰਗ ਸਕਦੀ ਆ ਤੇ ਉਹਨਾਂ ਦੇ ਕੰਮ ਕਾਰਨ ਬਾਰੇ ਸਧਾਰਨ ਨਿਯਮ ਬਣਾ ਸਕਦੀ ਆ ਕਿ ਇਹਨਾਂ ਤੇ ਫੈਸਲਾ ਕਿੱਦਾਂ ਲਿਆ ਜਾ ਸਕਦਾ ਤੇ ਉਹਨਾਂ ਨੂੰ ਕਿਵੇਂ ਲਾਗੂ ਕਰਿਆ ਜਾ ਸਕਦਾ ਜਾਂ ਕਿਸੇ ਕੇਸ ਪ੍ਰਤੀ ਅਸੀਂ ਫੈਸਲਾ ਕਿਵੇਂ ਸੁਣਾ ਸਕਦੇ ਹਾਂ। ਇਹ ਹਾਈ ਕੋਰਟ ਜੀ ਮੰਗ ਸਕਦੀ ਆ ਜੋ ਵੀ ਉਹਦੇ ਅਧਿਕਾਰ ਖੇਤਰ ਵਿੱਚ ਆਉਂਦੇ ਨੇ। ਉਹਨਾਂ ਦੀਆਂ ਕਿਤਾਬਾਂ ਬਾਰੇ ਲਿਖਿਆਂ ਦੇ ਫਾਰਮ ਆਦਿ ਦਾ ਪ੍ਰੂਫ ਤੈਅ ਕਰ ਸਕੇਗਾ। ਮੀਨਜ਼ ਜੋ ਉਹਨਾਂ ਦੇ ਬਾਰੇ ਕਿਤਾਬਾਂ ਬਾਰੇ ਲਿਖਿਆ ਵਾ ਜਾਂ ਫਾਰਮਾਂ ਬਾਰੇ ਲਿਖਿਆ ਉਹ ਉਹਨਾਂ ਦੇ ਪ੍ਰੂਫ ਤੈਅ ਕਰ ਸਕਦੀ ਹੈ ਹਾਈ ਕੋਰਟ ਜੀ। ਹਾਈ ਕੋਰਟ ਅਧੀਨ ਕੋਰਟਾਂ ਦੀਆਂ ਫੀਸਾਂ ਦੀ ਤੈਅ ਕਰੇ। ਹਾਈ ਕੋਰਟ ਜੋ ਫੀਸਾਂ ਨੇ ਜੀ ਉਹਨਾਂ ਤੇ ਵੀ ਆਪਣੇ ਫੈਸਲੇ ਤੈਅ ਕਰ ਸਕਦਾ। ਜਿਵੇਂ ਮੰਨ ਲਓ ਸਕੂਲ ਫੀਸਾਂ ਹੋ ਗਈਆਂ ਜਾਂ ਜੁਰਮਾਨੇ ਹੋ ਗਏ, ਹਾਈ ਕੋਰਟ ਉਹਦੇ ਵਿੱਚ ਵੀ ਆਪਣਾ ਫੈਸਲਾ ਦੇ ਸਕਦਾ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 228। ਕੁਝ ਮਾਮਲਿਆਂ ਦੀ ਹਾਈ ਕੋਰਟ ਵਿੱਚ ਬਦਲੀ। ਜਿਸ ਮਾਮਲੇ ਵਿੱਚ ਹਾਈ ਕੋਰਟ ਆਪਣਾ ਦਖਲ ਜ਼ਰੂਰੀ ਸਮਝੇ ਉਹ ਉਸ ਮਾਮਲੇ ਨੂੰ ਆਪਣੇ ਕੋਲ ਮੰਗਵਾ ਸਕਦਾ ਹੈ ਤੇ ਮਾਮਲੇ ਨੂੰ ਖੁਦ ਨਿਪਟਾ ਸਕੇਗਾ। ਅਗਰ ਕਿਸੇ ਮਾਮਲੇ ਵਿੱਚ ਜਿਸ ਮਾਮਲੇ ਵਿੱਚ ਹਾਈ ਕੋਰਟ ਆਪਣਾ ਦਖਲ ਜ਼ਰੂਰੀ ਸਮਝੇ ਵੀ ਮੇਰੇ ਅਧਿਕਾਰਤ ਖੇਤਰ ਵਿੱਚ ਆਉਂਦਾ ਤਾਂ ਉਸ ਮਾਮਲੇ ਨੂੰ ਆਪਣੇ ਕੋਲ ਮੰਗਵਾ ਸਕਦੀ ਹੈ ਜੀ ਤੇ ਮਾਮਲੇ ਨੂੰ ਉਹ ਖੁਦ ਨਿਪਟਾ ਸਕਦੀ ਹੈ ਤੇ ਉਸ ਦਾ ਆਪਣਾ ਅੰਤਮ ਫੈਸਲਾ ਸੁਣਾ ਸਕਦੀ ਹੈ। ਇਹ ਤੁਸੀਂ ਆਰਟੀਕਲ ਨੰਬਰ 228 ਦੇ ਵਿੱਚ ਪੜ੍ਹ ਸਕਦੇ ਹੋ ਜੀ। ਅੱਗੇ ਪੜ੍ਹਦੇ ਹਾਂ ਆਰਟੀਕਲ ਨੰਬਰ 229। ਹਾਈ ਕੋਰਟ ਦੇ ਅਧਿਕਾਰੀ, ਸੇਵਕ ਅਤੇ ਖਰਚ। ਕਿਸੇ ਹਾਈ ਕੋਰਟ ਦੇ ਅਧਿਕਾਰੀ ਅਤੇ ਸੇਵਕਾਂ ਦੀਆਂ ਨਿਯੁਕਤੀਆਂ ਉਸ ਹਾਈ ਕੋਰਟ ਦਾ ਚੀਫ ਜਸਟਿਸ ਕਰੇਗਾ ਜੋ ਉਸ ਦੁਆਰਾ ਨਿਯੁਕਤ ਕੀਤਾ ਗਿਆ ਅਧਿਕਾਰੀ ਕਰੇਗਾ, ਪਰ ਰਾਜਪਾਲ ਇਹ ਆਸ ਕਰਦਾ ਹੈ ਕਿ ਨਿਯਮ ਅਨੁਸਾਰ ਹੋਵੇ। ਅਗਰ ਕਿਸੇ ਹਾਈ ਕੋਰਟ ਦੇ ਅਧਿਕਾਰੀਆਂ ਦੀਆਂ ਸੇਵਾਵਾਂ ਦੀਆਂ ਨਿਯੁਕਤੀਆਂ ਕਰਨੀਆਂ ਨੇ ਤਾਂ ਹਾਈ ਕੋਰਟ ਦਾ ਚੀਫ ਜਸਟਿਸ ਕਰਦਾ ਜੀ। ਉਸ ਦੁਆਰਾ ਨਿਯੁਕਤ ਵਿਅਕਤੀ ਨੂੰ ਜਾਂ ਅਧਿਕਾਰੀਆਂ ਨੂੰ ਰਾਜਪਾਲ ਮੀਨਜ਼ ਉਹਨਾਂ ਤੋਂ ਇੱਕ ਆਸ ਰਹਿੰਦੀ ਹੈ ਕਿ ਉਹ ਰਾਜਪਾਲ ਦੇ ਨਿਯਮਾਂ ਅਨੁਸਾਰ ਹੀ ਰਾਜ ਵਿੱਚ ਆਪਣੀਆਂ ਸੇਵਾਵਾਂ ਦੇ ਸਕਣ ਜਾਂ ਸੇਵਾ ਕਮਿਸ਼ਨ ਦੀ ਸਲਾਹ ਨਾਲ ਅਜਿਹੀ ਕੋਈ ਨਿਯੁਕਤੀ ਕੀਤੀ ਜਾ ਸਕੇ ਜੋ ਉਹਨਾਂ ਲਈ ਲਾਹੇਵੰਦ ਹੈ। ਜੋ ਸਾਡੇ ਅਧਿਕਾਰੀਆਂ ਤੇ ਹਾਈ ਕੋਰਟ ਦੇ ਅਧਿਕਾਰੀ ਨੇ ਉਹਨਾਂ ਦੀਆਂ ਜੋ ਸੇਵਾ ਨਿਯੁਕਤੀਆਂ ਨੇ ਉਹ ਚੀਫ ਜਸਟਿਸ ਕਰਦਾ ਜੀ। ਤੇ ਉਹ ਇਹ ਵੀ
ਇਹ ਵੀ ਧਿਆਨ 'ਚ ਰੱਖਦਾ ਕਿ ਉਹ ਰਾਜਪਾਲ ਦੀਆਂ ਜੋ ਆਸ ਨੇ ਜਾਂ ਮੰਗਾਂ ਨੇ ਉਸ ਅਧੀਨ ਹੀ ਸਾਰੇ ਵਿਅਕਤੀਆਂ ਨੂੰ ਨਿਯੁਕਤ ਕੀਤਾ ਜਾਵੇ। ਲੋਕ ਸੇਵਾ ਕਮਿਸ਼ਨ ਸਲਾਹ ਨਾਲ ਹੀ ਅਜਿਹੀਆਂ ਨਿਯੁਕਤੀਆਂ ਕੀਤੀਆਂ ਜਾ ਸਕਦੀਆਂ। ਜੋ ਲੋਕ ਸੇਵਾ ਕਮਿਸ਼ਨਰ ਹੁੰਦਾ ਜੀ, ਉਹਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਨਿਯੁਕਤੀ ਕੀਤੀ ਜਾਵੇਗੀ। ਰਾਜ ਦੇ ਵਿਧਾਨ ਮੰਡਲ ਦੁਆਰਾ ਬਣਾਈ ਗਈ ਵਿਧੀ ਅਧੀਨ ਰਹਿੰਦੇ ਹੋਏ ਹਾਈ ਕੋਰਟ ਦੇ ਅਧਿਕਾਰੀਆਂ ਤੇ ਸੇਵਕਾਂ ਦੀਆਂ ਸੇਵਾ ਸ਼ਰਤਾਂ ਅਜਿਹੀਆਂ ਹੋਣਗੀਆਂ ਜਿਸ ਨੂੰ ਚੀਫ ਜਸਟਿਸ ਦੀ ਮਨਜ਼ੂਰੀ ਹੋਵੇ। ਜੋ ਰਾਜ ਦੇ ਵਿਧਾਨ ਮੰਡਲ ਨੇ ਜੀ, ਉਹਨਾਂ ਦੀ ਵਿਧੀ ਦੁਆਰਾ ਹਾਈ ਕੋਰਟ ਦੇ ਅਧਿਕਾਰੀ ਜਾਂ ਸੇਵਕ ਨੇ, ਜੋ ਉਹਨਾਂ ਦੇ ਸ਼ਰਤਾਂ ਲਾਗੂ ਹੁੰਦੀਆਂ ਨੇ ਜੀ, ਉਹਨਾਂ ਦੇ ਚੀਫ ਜਸਟਿਸ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ ਜੀ। ਤੇ ਚੀਫ ਜਸਟਿਸ ਦੀ ਮਨਜ਼ੂਰੀ ਹੋਵੇ ਤੇ ਉਹਨੂੰ ਅਹਿਸਾਸ ਹੋਵੇ ਕਿ ਵਿਅਕਤੀ ਆਪਣੇ ਫਰਜ਼ ਪ੍ਰਤੀ ਇਮਾਨਦਾਰ ਜਾਂ ਆਪਣਾ ਕੰਮਕਾਰ ਸਹੀ ਢੰਗ ਨਾਲ ਚਲਾ ਸਕਣਗੇ। ਜਿੱਥੇ ਤੱਕ ਤਨਖਾਹਾਂ, ਭੱਤਿਆਂ, ਛੁੱਟੀ ਜਾਂ ਪੈਨਸ਼ਨਾਂ ਦਾ ਸੰਬੰਧ ਹੈ, ਉਸ ਰਾਜਪਾਲ ਦੇ ਰਾਜ ਦੀ ਮਨਜ਼ੂਰੀ ਦੀ ਵੀ ਆਸ ਕੀਤੀ ਜਾਂਦੀ ਹੈ। ਜਿੱਥੇ ਤਨਖਾਹਾਂ ਨੇ ਜੀ, ਉਹਨਾਂ ਅਧਿਕਾਰੀਆਂ ਦੇ ਜੋ ਹਾਈ ਕੋਰਟ ਵਿੱਚ ਨਿਯੁਕਤ ਕੀਤੇ ਜਾਂਦੇ ਨੇ, ਉਹਨਾਂ ਦੇ ਭੱਤੇ, ਛੁੱਟੀ, ਪੈਨਸ਼ਨਾਂ ਦਾ ਸੰਬੰਧ ਹੁੰਦਾ, ਉਹ ਵੀ ਰਾਜਪਾਲ ਦੀ ਮਨਜ਼ੂਰੀ ਅਨੁਸਾਰ ਹੀ ਕੀਤਾ ਜਾਂਦਾ ਜੀ। ਹਾਈ ਕੋਰਟ ਦੇ ਪ੍ਰਸ਼ਾਸਨਿਕ ਖਰਚੇ ਰਾਜ ਦੇ ਖਜ਼ਾਨੇ ਵਿੱਚੋਂ ਹੋਣਗੇ। ਫੀਸਾਂ ਤੇ ਹੋਰ ਧਨ ਰਾਸ਼ੀਆਂ ਉਸ ਖਜ਼ਾਨੇ ਦਾ ਹਿੱਸਾ ਹੋਣਗੀਆਂ। ਜੋ ਹਾਈ ਕੋਰਟ ਦੇ ਖਰਚੇ ਨੇ ਜੀ, ਪ੍ਰਸ਼ਾਸਨ ਆ ਜੋ ਉਹਦੇ ਖਰਚੇ ਨੇ ਉਹ ਰਾਜ ਦੇ ਖਜ਼ਾਨੇ ਵਿੱਚੋਂ ਹੁੰਦੇ ਨੇ ਜੀ, ਤੇ ਹੋਰ ਫੀਸਾਂ ਧਨ ਰਾਸ਼ੀਆਂ ਉਹ ਵੀ ਖਜ਼ਾਨੇ ਦਾ ਹਿੱਸਾ ਹੁੰਦੀਆਂ ਨੇ ਜੀ। ਆਰਟੀਕਲ ਨੰਬਰ 230, ਸੰਸਦ ਕਾਨੂੰਨ ਦੁਆਰਾ ਕਿਸੇ ਸੰਘ ਰਾਜ ਖੇਤਰ ਉੱਤੇ ਕਿਸੇ ਹਾਈ ਕੋਰਟ ਦੀ ਅਧਿਕਾਰਤਾ ਦਾ ਵਿਸਤਾਰ ਕਰ ਸਕੇਗੀ ਜਾਂ ਕਿਸੇ ਸੰਘ ਰਾਜ ਖੇਤਰ ਨੂੰ ਕਿਸੇ ਹਾਈ ਕੋਰਟ ਦੇ ਅਧਿਕਾਰਤਾ ਘੱਟ ਕਰ ਸਕੇਗੀ। ਸੰਸਦ ਕਾਨੂੰਨ ਦੁਆਰਾ ਸੰਘ ਰਾਜ ਦੇ ਖੇਤਰ ਵਿੱਚ ਹਾਈ ਕੋਰਟ ਦੀ ਅਧਿਕਾਰਤਾ ਹੁੰਦੀ ਹੈ ਜੀ, ਜਾਂ ਉਹਦਾ ਆਪਣਾ ਵਿਸਤਾਰ ਕਰ ਸਕਦੀ ਆ, ਜਾਂ ਕਿਸੇ ਸੰਘ ਰਾਜ ਖੇਤਰ ਵਿੱਚ ਕਿਸੇ ਹਾਈ ਕੋਰਟ ਦੀ ਅਧਿਕਾਰਤਾ ਦਾ ਆਪਣਾ ਮੀਨਜ਼ ਕਿ ਦਾਇਰਾ ਵਧਾ ਵੀ ਸਕਦੀ ਹੈ ਹਾਈ ਕੋਰਟ ਤੇ ਘਟਾ ਵੀ ਸਕਦੀ ਹੈ। 231 ਨੰਬਰ ਆਰਟੀਕਲ ਕਹਿੰਦਾ ਜੀ, ਸੰਸਦ ਦੁਆਰਾ 2 ਜਾਂ 2 ਤੋਂ ਵੱਧ ਰਾਜਾਂ ਲਈ ਇੱਕ ਹੀ ਹਾਈ ਕੋਰਟ ਦੀ ਸਥਾਪਨਾ ਕਰ ਸਕਦੀ ਹੈ। ਜੋ ਸੰਸਦ ਆ ਉਹ ਕਾਨੂੰਨ ਦੁਆਰਾ, ਜੋ ਭਾਰਤ ਦਾ ਕਾਨੂੰਨ ਆ ਉਸ ਦੁਆਰਾ ਦੋ ਰਾਜਾਂ ਲਈ ਇੱਕ ਹਾਈ ਕੋਰਟ ਦੀ ਸਥਾਪਨਾ ਕਰ ਸਕਦੀ ਹੈ। ਜਿਵੇਂ ਸਾਨੂੰ ਪੰਜਾਬ ਹਾਈ, ਹਰਿਆਣਾ ਕੋਰਟ ਸਾਡੀ ਕੋਈ ਹੈ ਜੀ, ਉੱਦਾਂ ਕੋਈ ਵੀ ਦੋ ਰਾਜਾਂ ਦੀ ਇੱਕ ਹਾਈ ਕੋਰਟ ਹੋ ਸਕਦੀ ਹੈ ਜੀ। ਇਹ ਵੀ ਫੈਸਲਾ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ, ਜੋ ਤੁਸੀਂ ਆਰਟੀਕਲ ਨੰਬਰ 231 ਵਿੱਚ ਪੜ੍ਹ ਸਕਦੇ ਹੋ। ਹੁਣ ਅਸੀਂ ਕੱਲ ਪੜਾਂਗੇ ਜੀ ਅਧਿਆਇ 6 ਅਧੀਨ ਕੋਰਟ, ਜੋ ਸਾਡੇ ਭਾਰਤ ਦੇ ਆਰਟੀਕਲ ਨੇ ਜੀ। ਉਸ ਪ੍ਰਤੀ ਸਾਰੇ ਲੋਕਾਂ ਨੂੰ ਵਚਨਬੱਧ ਰਹਿਣਾ ਚਾਹੀਦਾ ਕਿ ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ ਉਸ ਅਨੁਸਾਰ ਸਾਡੇ ਮੰਤਰੀਆਂ ਨੂੰ ਜਾਂ ਸਾਡੇ ਸੰਸਦ ਦੇ ਮੈਂਬਰਾਂ ਨੂੰ ਜਾਂ ਜੋ ਵੀ ਨੁਮਾਇੰਦੇ ਅਸੀਂ ਚੁਣ ਕੇ ਭੇਜਦੇ ਹਾਂ, ਉਹਨਾਂ ਨੂੰ ਇਸ ਭਾਰਤ ਦੇ ਸੰਵਿਧਾਨ ਦੇ ਵਿੱਚ ਜੋ ਕਾਨੂੰਨ ਨੇ ਉਸ ਦੇ ਅਧੀਨ ਕੰਮ ਕਰਨਾ ਚਾਹੀਦਾ। ਪਰ ਬਿਲਕੁਲ ਇਸ ਦੇ ਉਲਟ ਹੋ ਰਿਹਾ ਜੀ। ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ ਉਸ ਤੋਂ ਉਲਟ ਕੰਮ ਕੀਤੇ ਜਾ ਸਕਦੇ, ਉਲਟ ਕੰਮ ਹੋ ਰਹੇ ਨੇ। ਪਰ ਅਸੀਂ ਬੋਲਦੇ ਤਾਂ ਨਹੀਂ ਕਿਉਂਕਿ ਅਸੀਂ ਖੁਦ ਇਸ ਭਾਰਤ ਦੇ ਸੰਵਿਧਾਨ ਨੂੰ ਨਹੀਂ ਪੜ੍ਹਿਆ। ਅਗਰ ਪੜ੍ਹਿਆ ਹੁੰਦਾ ਸਾਨੂੰ ਪਤਾ ਹੁੰਦਾ ਕਿ ਇਹ ਜੋ ਕਾਨੂੰਨ ਸਾਡੇ ਉੱਪਰ ਥੋਪ ਰਹੇ ਨੇ ਇਹ ਭਾਰਤ ਦੇ ਸੰਵਿਧਾਨ ਦੇ ਅਧੀਨ ਨਹੀਂ ਹੈਗੇ, ਇਹ ਭਾਰਤ ਦੇ ਸੰਵਿਧਾਨ ਦੇ ਖਿਲਾਫ ਨੇ। ਇਹ ਭਾਰਤ ਦਾ ਸੰਵਿਧਾਨ ਜੋ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਲਿਖਿਆ, ਇਹ ਭਾਰਤ ਦਾ ਸੰਵਿਧਾਨ ਜੋ BR ਅੰਬੇਦਕਰ ਜੀ ਨੇ ਲਿਖਿਆ, ਇਸ ਦੇ ਉਲਟ ਕਾਨੂੰਨ ਬਣ ਰਹੇ ਨੇ। ਇਹ ਕਿਉਂ ਬਣ ਰਹੇ ਨੇ? ਕਿਉਂਕਿ ਸਾਡੀ ਆਪਣੀ ਸਹਿਮਤੀ, ਅਸੀਂ ਭਾਰਤ ਦੇ ਸੰਵਿਧਾਨ ਨੂੰ ਪੜ੍ਹਿਆ ਨਹੀਂ, ਇਸ ਪ੍ਰਤੀ ਜਾਗਰੂਕ ਨਹੀਂ ਹੋਏ, ਅਸੀਂ ਭਾਰਤ ਦੇ ਸੰਵਿਧਾਨ ਪ੍ਰਤੀ ਆਪਣਾ ਫਰਜ਼ ਨਹੀਂ ਨਿਭਾਇਆ, ਤਾਂ ਇਹ ਲੋਕ ਸਾਡੇ ਉੱਪਰ ਆਪਣੀਆਂ ਮਨਮਰਜ਼ੀਆਂ ਕਰਦੇ ਨੇ। ਸੋ ਦੋਸਤੋ, ਅਸੀਂ ਜਿੰਨਾ ਵੀ ਭਾਰਤ ਦਾ ਸੰਵਿਧਾਨ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ, ਸੰਤੁਸ਼ਟ ਹੁੰਨੇ ਹੋ ਤੁਸੀਂ ਜਾਂ ਕਿਸੇ ਆਰਟੀਕਲ ਪ੍ਰਤੀ ਆਪਣਾ ਫਰਜ਼ ਸਮਝਦੇ ਹੋ, ਤਾਂ ਜਾਗੋ, ਇਹਨਾਂ ਬੰਦ ਪਈਆਂ ਅੱਖਾਂ ਨੂੰ ਖੋਲੋ, ਦੇਖੋ ਆ ਤੁਹਾਡੇ ਸਮਾਜ ਵਿੱਚ ਕੀ ਹੋ ਰਿਹਾ। ਜੇ ਸਮਾਜ ਵਿੱਚ ਤੁਸੀਂ ਵਿਚਰਨਾ, ਅੱਜ ਸਾਡੀਆਂ ਧੀਆਂ ਭੈਣਾਂ ਅਗਰ ਬਾਹਰ ਕਿਤੇ ਸ਼ਹਿਰਾਂ ਵਿੱਚ ਪੜ੍ਹਨ ਜਾਂਦੀਆਂ ਨੇ, ਤਾਂ ਜਿੰਨਾ ਚਿਰ ਸਾਡੀਆਂ ਧੀਆਂ ਭੈਣਾਂ ਘਰੇ ਨਹੀਂ ਆਉਂਦੀਆਂ ਤਾਂ ਸਾਨੂੰ ਫਿਕਰ ਲੱਗਿਆ ਰਹਿੰਦਾ ਕਿਤੇ ਸਾਡੇ ਬੱਚਿਆਂ ਨਾਲ ਅਣਹੋਣੀ ਘਟਨਾ ਨਾ ਵਾਪਰ ਜਾਵੇ। ਕਿਉਂ? ਕਿਉਂਕਿ ਇਹਨਾਂ ਲੋਕਾਂ ਦੇ ਵਿੱਚ ਸੰਵਿਧਾਨ ਦਾ ਡਰ ਨਹੀਂ ਰਿਹਾ, ਭਾਰਤ ਦੇ ਕਾਨੂੰਨਾਂ ਦਾ ਡਰ ਨਹੀਂ ਰਿਹਾ। ਇਹ ਚੰਦ ਲੀਡਰਾਂ ਦੇ ਜੋ ਨੁਮਾਇੰਦੇ ਹੁੰਦੇ ਨੇ ਜੀ, ਉਹਨਾਂ ਕੋਲ ਸਿਫਾਰਸ਼ਾਂ ਕਰ ਦਿੰਦੇ ਨੇ, ਤੇ ਜੋ ਸਜ਼ਾਵਾਂ ਹੁੰਦੀਆਂ ਨੇ ਉਹ ਸਜ਼ਾਵਾਂ ਵੀ ਮੌਕੇ ਸਿਰ ਨਹੀਂ ਮਿਲਦੀਆਂ। ਸੁਪਰੀਮ ਕੋਰਟਾਂ ਤੇ ਹਾਈ ਕੋਰਟਾਂ ਵਿੱਚ ਤੁਸੀਂ ਦੇਖ ਲਓ ਕਿੰਨੇ ਕੇਸ ਪੈਂਡਿੰਗ ਪਏ ਨੇ, ਜਿਨ੍ਹਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬੇਆਬਰੂ ਹੋ ਚੁੱਕੀਆਂ ਨੇ, ਜਾਂ ਤਾਂ ਉਹਨਾਂ ਦੇ ਪਰਿਵਾਰ ਖਤਮ ਹੋ ਗਏ ਜਾਂ ਉਹ ਵਿਚਾਰੀਆਂ ਧੀਆਂ ਖਤਮ ਹੋ ਗਈਆਂ ਜੋ ਬੇਆਬਰੂ ਹੋ ਗਈਆਂ। ਸੋ ਪਿਆਰੇ ਦੋਸਤੋ,
ਆਪਣੇ ਸਮਾਜ ਪ੍ਰਤੀ, ਆਪਣੇ ਬੱਚਿਆਂ ਪ੍ਰਤੀ ਜਾਗਰੂਕ ਹੋਵੋ। ਦੇਖੋ ਸਾਡੇ ਸਮਾਜ ਵਿੱਚ ਕੀ ਚੱਲ ਰਿਹਾ, ਕਿੱਦਾਂ ਦਾ ਸਾਡਾ ਸਮਾਜ ਹੈ ਜਿਸ ਵਿੱਚ ਅਸੀਂ ਵਿਚਰ ਰਹੇ ਹਾਂ, ਜਿਸ ਸਮਾਜ ਵਿੱਚ ਸਾਡੇ ਬੱਚੇ ਵਿਚਰ ਰਹੇ ਨੇ। ਸੋ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ ਇਸ ਸੰਵਿਧਾਨ ਪ੍ਰਤੀ ਜਾਗਰੂਕ ਕਰੋ ਤੇ ਆਪਣੇ ਫਰਜ਼ ਨਿਭਾਵੋ ਜਿਸ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖੇ ਨੇ। ਮੈਂ ਵਾਰ-ਵਾਰ ਇੱਕੋ ਹੀ ਬੇਨਤੀ ਕਰਦਾ, ਆਪਣੇ ਬੱਚਿਆਂ ਨੂੰ ਮੌਤ ਭਰੀ ਨਰਕ ਦੀ ਜ਼ਿੰਦਗੀ ਨਾ ਦਿਓ। ਤੁਹਾਡੇ ਬੱਚੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ। ਅਗਰ ਤੁਹਾਡੇ ਬੱਚੇ ਪੜ੍ਹ ਲਿਖ ਜਾਣਗੇ, ਇਸ ਭਾਰਤ ਦੇ ਸੰਵਿਧਾਨ ਪ੍ਰਤੀ ਆਪਣਾ ਫਰਜ਼ ਨਿਭਾਉਣਗੇ, ਤਾਂ ਦੇਖਿਓ ਸਾਡਾ ਮੁਲਕ ਵੀ ਕੈਨੇਡਾ, ਅਮਰੀਕਾ ਵਾਂਗ ਨੰਬਰਾਂ ਦੀ ਸੂਚੀ ਵਿੱਚ ਆ ਜਾਵੇਗਾ, ਜੋ ਅੱਜ ਬਹੁਤ ਪਿੱਛੇ ਰਹਿ ਗਿਆ। ਉਸ ਦਾ ਕਾਰਨ ਕੀ? ਜਿਨ੍ਹਾਂ ਦੇਸ਼ਾਂ ਨੇ ਸਾਡੇ ਭਾਰਤ ਦੇ ਸੰਵਿਧਾਨ ਨੂੰ ਲਾਗੂ ਕੀਤਾ ਉਹ ਦੇਸ਼ ਸਵਰਗ ਬਣ ਚੁੱਕੇ ਨੇ। ਸਾਡਾ ਦੇਸ਼ ਇਸ ਭਾਰਤ ਦੇ ਸੰਵਿਧਾਨ ਤੋਂ ਉਲਟ ਕੰਮ ਕਰ ਰਿਹਾ। ਤੁਸੀਂ ਦੇਖ ਰਹੇ ਹੋ ਸਾਡੇ ਅੱਜ ਹਾਲਾਤ ਕੀ ਹੋ ਗਏ। ਨਿਰਦੋਸ਼ ਮਾਵਾਂ ਦੇ ਪੁੱਤ ਬਾਰਡਰਾਂ ਤੇ ਸ਼ਹੀਦ ਹੋ ਰਹੇ ਨੇ। ਸਾਡੇ ਲਈ ਸਭ ਤੋਂ ਵੱਡੇ ਰਾਵਣ ਸਾਡੇ ਲੀਡਰ ਨੇ। ਅਸੀਂ ਰਾਵਣ ਦੇ ਪੁਤਲੇ ਫੂਕ ਰਹੇ ਹਾਂ, ਪਰ ਰਾਵਣ ਨੇ ਕਿਸੇ ਧੀ ਭੈਣ ਨੂੰ ਬੇਆਬਰੂ ਨਹੀਂ ਕੀਤਾ ਸੀ। ਇਹ ਸਾਡੇ ਲੀਡਰ, ਤੁਸੀਂ ਨਿੱਤ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਦੇਖ ਰਹੇ ਹੋ ਕਿ ਕੀ ਕਰ ਰਹੇ ਨੇ। ਕੀ ਇਹ ਲੀਡਰ ਸਾਡੇ ਸਮਾਜ ਲਈ ਸਹੀ ਨੇ? ਕੀ ਇਹ ਲੀਡਰ ਸਾਡੇ ਸਮਾਜ ਦਾ ਸੁਧਾਰ ਕਰ ਸਕਦੇ ਨੇ? ਕੀ ਇਹ ਲੀਡਰ ਸਾਡੇ ਬੱਚਿਆਂ ਨੂੰ ਇੱਕ ਵਧੀਆ ਜ਼ਿੰਦਗੀ ਦੇ ਸਕੇ ਨੇ? ਇਹ ਲੀਡਰ ਆਪ ਦੇ ਪੱਲੇ ਮੈਲੇ ਨੇ ਜੀ। ਇਹਨਾਂ ਤੋਂ ਕੋਈ ਉਮੀਦ ਨਾ ਕਰੋ। ਕੋਸ਼ਿਸ਼ ਕਰੋ ਜਿਸ ਕੈਂਡੀਡੇਟ ਨੂੰ ਤੁਸੀਂ ਜਿਤਾ ਕੇ ਭੇਜਦੇ ਹੋ ਉਹ ਦੇਖੋ ਕਿ ਤੁਹਾਡੀਆਂ ਉਮੀਦਾਂ ਦੇ ਖਰਾ ਉਤਰ ਸਕਦਾ ਜਾਂ ਨਹੀਂ। ਇਸ ਸੰਵਿਧਾਨ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ, ਸੁਤੰਤਰਤਾ ਦਾ ਅਧਿਕਾਰ ਦਿੱਤਾ। ਤੁਸੀਂ ਬਿਨਾਂ ਕਿਸੇ ਦੀ ਥੱਲੇ ਆਏ ਆਪਣਾ ਵੋਟ ਦੇ ਸਕਦੇ ਹੋ। ਬਿਨਾਂ ਕਿਸੇ ਦੀ ਡਰਾਬੇ ਤੋਂ ਤੁਸੀਂ ਆਪਣਾ ਵੋਟ ਦੇ ਸਕਦੇ ਹੋ। ਇਹ ਅਧਿਕਾਰ ਤੁਹਾਨੂੰ ਭਾਰਤ ਦੇ ਸੰਵਿਧਾਨ ਨੇ ਦਿੱਤਾ। ਸੋ ਬਹੁਤੀਆਂ ਗੱਲਾਂ ਨਹੀਂ ਕਰਦੇ। ਮੈਂ ਫੇਰ ਵੀ ਕਹਿਣਾ, ਆਪਣੇ ਬੱਚਿਆਂ ਪ੍ਰਤੀ ਜਾਗਰੂਕ ਹੋਵੋ, ਇਸ ਸੰਵਿਧਾਨ ਪ੍ਰਤੀ ਜਾਗਰੂਕ ਹੋਵੋ। ਆਪਣੇ ਬੱਚਿਆਂ ਤੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਸੰਵਿਧਾਨ ਨੂੰ ਸ਼ਾਮਲ ਕਰੋ ਤਾਂ ਕਿ ਤੁਹਾਡਾ ਸਮਾਜ ਤੇ ਤੁਹਾਡੇ ਬੱਚੇ ਤੇ ਤੁਸੀਂ ਆਪਣੇ ਆਪ 'ਚ ਇੱਕ ਭੀਮ ਰਾਓ ਦੀ ਝਲਕ ਦੇਖ ਸਕੋ, ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ ਨੇ ਉਹਨਾਂ ਪ੍ਰਤੀ ਸੁਚੇਤ ਹੋ ਸਕੋ। ਸੋ ਇੰਨੀਆਂ ਕੁ ਬੇਨਤੀਆਂ ਕਬੂਲ ਕਰਿਓ। ਅਗਰ ਸੰਵਿਧਾਨ ਪੜ੍ਹਦੇ ਸਮੇਂ ਜਾਂ ਅਰਥ ਬਿਆਨ ਕਰਦੇ ਸਮੇਂ ਜਾਂ ਅਨੁਵਾਦ ਕਰਦੇ ਸਮੇਂ ਕੋਈ ਲਫ਼ਜ਼ ਇੱਧਰ ਉੱਧਰ ਹੋ ਗਿਆ ਹੋਵੇ ਜਾਂ ਕਿਸੇ ਆਰਟੀਕਲ ਪ੍ਰਤੀ ਤੁਸੀਂ ਆਪਣੀ ਸਹਿਮਤੀ ਪ੍ਰਗਟ ਨਾ ਕਰੋ ਤਾਂ ਆਪਣਾ ਬੱਚਾ ਸਮਝ ਕੇ ਮਾफ़ ਕਰ ਦਿਓ। ਮੈਂ ਮਾफ़ੀ ਦਾ ਜਾਚਕਾਂ। ਮੈਂ ਬਾਰ-ਬਾਰ ਕਹਿਣਾ, ਸੰਵਿਧਾਨ ਕਿਸੇ ਜਾਤੀ, ਕਿਸੇ ਧਰਮ, ਕਿਸੇ ਵਰਗ ਦਾ ਨਹੀਂ। ਇਹ ਭਾਰਤ ਦਾ ਸੰਵਿਧਾਨ ਤੁਹਾਡੇ ਲੋਕਾਂ ਦੇ ਆਪਣੇ ਮੌਲਿਕ ਅਧਿਕਾਰਾਂ ਦਾ ਹੈ। ਸੋ ਅਗਰ ਮੇਰੇ ਦੁਆਰਾ ਪੜ੍ਹਿਆ ਗਿਆ ਸੰਵਿਧਾਨ ਦੁਆਰਾ ਤੁਸੀਂ ਆਪਣੀ ਸੰਤੁਸ਼ਟੀ ਜ਼ਾਹਰ ਕਰਦੇ ਹੋ ਤਾਂ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ, ਲਾਈਕ ਕਰਿਆ ਕਰੋ ਤਾਂ ਕਿ ਮੈਨੂੰ ਤੁਹਾਡਾ ਪਿਆਰ, ਹੌਸਲਾ, ਤੁਹਾਡੀਆਂ ਦੁਆਵਾਂ ਮਿਲਦੀਆਂ ਰਹਿਣ ਤੇ ਮੈਂ ਨਿੱਤ ਦਿਨ ਬਰ ਦਿਨ ਤੁਹਾਡੇ ਸੇਵਾ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਹਾਜ਼ਰ ਹੁੰਦਾ ਰਹਾਂ ਤੇ ਭਾਰਤ ਦੇ ਸੰਵਿਧਾਨ ਪ੍ਰਤੀ ਤੇ ਤੁਹਾਡੇ ਬੱਚਿਆਂ ਪ੍ਰਤੀ ਆਪਣੇ ਫਰਜ਼ ਨਿਭਾ ਸਕਾਂ। ਤੁਹਾਡੇ ਬੱਚਿਆਂ ਦੀ ਤਰ੍ਹਾਂ ਹੀ ਅਸੀਂ ਆ ਜੀ। ਸੋ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਅਗਰ ਕੋਈ ਗਲਤੀਆਂ ਹੋ ਜਾਂਦੀਆਂ ਤਾਂ ਮਾफ़ ਕਰਿਓ। ਇਸ ਭਾਰਤ ਦੇ ਸੰਵਿਧਾਨ ਨੂੰ ਪੜ੍ਹਦੇ ਸਮੇਂ ਕੋਈ ਗਲਤੀਆਂ ਹੋ ਜਾਂਦੀਆਂ ਤਾਂ ਮਾफ़ ਕਰਿਓ, ਪਰ ਕੋਸ਼ਿਸ਼ ਕਰਿਓ ਇਸ ਸੰਵਿਧਾਨ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਸ਼ਾਮਲ ਕਰ ਲਵੋ ਤੇ ਆਪਣੇ ਬੱਚਿਆਂ ਦੀ ਨਿੱਜੀ ਜ਼ਿੰਦਗੀ ਵਿੱਚ ਸ਼ਾਮਲ ਕਰ ਲਵੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਭਾਰਤ ਦੇ ਸੰਵਿਧਾਨ ਪ੍ਰਤੀ ਸਾਡੇ ਕੀ ਫਰਜ਼ ਨੇ, ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਸਾਨੂੰ ਲਿਖਿਆ ਸੀ ਜਾਂ ਸਾਨੂੰ ਮਿਲਣਾ ਚਾਹੀਦਾ ਸੀ ਉਹ ਸਾਨੂੰ ਮਿਲਿਆ ਹੈ ਜਾਂ ਨਹੀਂ। ਸੋ ਇੰਨੀਆਂ ਕੁ ਫਤਿਹਾਂ ਕਬੂਲ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਜੈ ਭੀਮ, ਜੈ ਭਾਰਤ। ਅਗਲਾ ਭਾਗ ਲੈ ਕੇ ਤੁਹਾਡੀ ਸਭਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਜੀ। ਫਤਿਹ ਕਬੂਲ ਕਰਿਓ।